ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ, ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ। ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। ਗੁਰਦੀਪ ਸਿੰਘ ਵਿਰਦੀ ਕਲੋਬਸ ਤੋਂ, ਸ਼ੇਰਗਿੱਲ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ। ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ, ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਗੱਲਬਾਤ ਕਰਦੇ ਜੀ ਬਲਤੇਜ ਬੰਨੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਬਲਤੇਜ ਬੰਨੋ ਜੀ, ਸਭ ਤੋਂ ਪਹਿਲੀ ਜਿਹੜੀ ਮੁੱਖ ਖਬਰ ਹੈ ਇਸ ਵੇਲੇ ਇਸ਼ਾਈ ਹੋਈ ਆ ਨਿਊਜ਼ ਪੇਪਰਾਂ ਦੇ ਵਿੱਚ, ਸਮੇਧ ਸੈਣੀ ਦੀ, ਉਸ ਦੀ ਛੁੱਟੀ ਕਰ ਦਿੱਤੀ ਗਈ ਆ ਜੀ। ਬਿਲਕੁਲ, ਜਿਹੜੀ ਪੰਜਾਬ ਦੀ ਸੋ ਕਾਲਡ ਪੰਥਕ ਸਰਕਾਰ ਹੈ ਜੀ, ਉਹਦੇ ਵੱਲੋਂ ਇਹ ਬੜਾ ਜਿਹੜਾ ਜੀ ਦੇਰੀ ਦੇ ਨਾਲ ਲਿਆ ਗਿਆ ਜੀ, ਇਹ ਇੱਕ ਦਰੁਸਤ ਫੈਸਲਾ ਹੈ। ਸਮੇਧ ਸਿੰਘ ਸੈਣੀ ਹੋਰਾਂ ਦੀ ਜਿਹੜੀ ਹੈ ਜੀ ਉਹ ਛੁੱਟੀ ਕੀਤੀ ਗਈ ਆ। ਇਹ ਪਤਾ ਲੱਗਾ ਜੀ ਕਿ ਇੱਕ ਤਾਂ ਇਹਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਸ਼ਾਮਲ ਹੈ, ਜਿਹਨੇ ਇਹ ਛੁੱਟੀ ਜਿਹੜੀ ਹੈ ਜੀ ਉਹ ਕਰਵਾਈ ਹੈ। ਔਰ ਵਿਵਾਦਿਤ ਪੁਲਿਸ ਆਫੀਸਰ ਸਮੇਧ ਸਿੰਘ ਸੈਣੀ ਜਿਹੜੇ ਨੇ ਜੀ, ਉਹਨਾਂ ਦੀ ਜਗ੍ਹਾ ਦੇ ਉੱਤੇ ਸੁਰੇਸ਼ ਅਰੋੜਾ ਜਿਹੜੇ ਨੇ ਉਹ ਪੰਜਾਬ ਪੁਲਿਸ ਦੇ ਨਵੇਂ ਮੁਖੀ ਜਿਹੜੇ ਨੇ ਉਹ ਨਿਯੁਕਤ ਕੀਤੇ ਗਏ ਨੇ। ਕੇਂਦਰੀ ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਜਿਹੜਾ ਦੀ ਮੰਗ ਕਰ ਰਿਹਾ ਹੈ ਪੰਜਾਬ ਸਰਕਾਰ ਤੋਂ ਕਿ ਪੂਰੀ ਡਿਟੇਲ ਜਿਹੜੀ ਦੱਸੀ ਜਾਵੇ, ਖਾਸ ਤੌਰ ਦੇ ਉੱਤੇ ਵਿਦੇਸ਼ੀ ਹੱਥ ਹੋਣ ਦੀ ਜਿਹੜੀ ਹੈ ਜੀ ਡਿਟੇਲ ਲਿਆਂਦੀ ਜਾਵੇ। ਲੱਗਦਾ ਨਹੀਂ ਕਿ ਜਿਹੜੀ ਹੈ ਜੀ ਉਹ ਸਰਕਾਰ ਕੋਈ ਡਿਟੇਲ ਜਿਹੜੀ ਹੈ ਜੀ ਉਹ ਪ੍ਰੋਵਾਈਡ ਕਰ ਸਕੀ ਹੈ। ਜਿਹੜੀ ਰਾਜਨਾਥ ਸਿੰਘ ਉਹਨਾਂ ਦੇ ਕੋਲੇ ਜਿਹੜੀਆਂ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜੀ ਜਾਣਕਾਰੀ ਹਾਸਲ ਕੀਤੀ ਆ, ਉਹਦੇ ਵਿੱਚ ਪੁਲਿਸ ਦਾ ਕੰਟਰੋਵਰਸ਼ੀਅਲ ਰੋਲ ਜਿਹੜਾ ਜੀ ਉਹ ਸਾਹਮਣੇ ਆਇਆ, ਜਿਹਦੇ ਕਰਕੇ ਇਹ ਦਬਾਅ ਪਾਇਆ ਗਿਆ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਲੰਧਰੋਂ ਛਪਦੇ ਇੱਕ ਅਖਬਾਰ ਦਾ ਜਿਹੜਾ ਐਡੀਟਰ ਆ ਉਹ ਉਹਦੇ ਨਾਲ ਜਿਹੜੀ ਸੀ ਲੰਮੀ ਮੀਟਿੰਗ ਕੀਤੀ, ਔਰ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਸੀਗਾ ਆਇਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਚਹੇਤੇ ਪੁਲਿਸ ਆਫੀਸਰ ਰਹੇ ਨੇ ਸਮੇਧ ਸੈਣੀ ਹੋਰੀ। ਹਾਲਾਂਕਿ ਪੰਜਾਬ ਦੇ ਵਿੱਚ ਚੱਲੇ ਕਾਲੇ ਦਿਨਾਂ ਦੇ ਦੌਰਾਨ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਜਿਹੜਾ ਸੀਗਾ, ਅੱਜ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਕੰਮ ਕਰਨਾ ਚਾਹੁੰਦੇ ਸੀਗੇ। ਜੋ ਕੁਝ ਪਿਛਲੇ ਦਿਨਾਂ ਤੋਂ ਹੋਇਆ ਉਹ ਸਭ ਦੇ ਸਾਹਮਣੇ ਆ ਕਿ ਕਿਹੜੇ ਤਰੀਕੇ ਦੇ ਨਾਲ ਹੋਇਆ ਜੀ, ਕਿਵੇਂ ਪੁਲਿਸ ਨੇ ਜਿਹੜਾ ਸੀਗਾ ਇਸ ਸਥਿਤੀ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੋਰ ਕਮੇਟੀ ਦੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ, ਸਾਰੀਆਂ ਦੇ ਵਿੱਚ ਸਮੇਧ ਸਿੰਘ ਸੈਣੀ ਹੋਰਾਂ ਨੂੰ ਜਿਹੜਾ ਸੀਗਾ ਉਹ ਬਦਲਣ ਦਾ ਗੱਲ ਜਿਹੜੀ ਉਹ ਚੱਲਦੀ ਰਹੀ ਹੈ। ਪਰ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਗੱਲ ਦੇ ਉੱਤੇ ਅੜੇ ਹੋਏ ਸਨ ਕਿ ਉਹ ਇਸ ਅਫਸਰ ਨੂੰ ਨਹੀਂ ਬਦਲਣਗੇ। ਪਰ ਹੁਣ ਉੱਤੋਂ ਵੱਜੀ ਜਿਹੜੀ ਘੁਰਕੀ ਹੈ ਉਹਦੇ ਨਾਲ ਇਹ ਜਿਹੜਾ ਦੀ ਉਹ ਸੰਭਵ ਹੋ ਸਕਿਆ। ਇਹਦੇ ਨਾਲ ਕੀ ਫਰਕ ਪਊਗਾ, ਇਹ ਅਗਲਾ ਸਵਾਲ ਜਿਹੜਾ ਦੀ ਉਹ ਸਰੋਤਿਆਂ ਦੇ ਦਿਲਾਂ ਦੇ ਵਿੱਚ ਜਿਹੜਾ ਉਹ ਹੋਊਗਾ। ਲੱਗਦਾ ਨਹੀਂ ਕਿ ਜੇ ਤਾਂ ਇਸੇ ਤਰੀਕੇ ਦੇ ਨਾਲ ਪੁਲਿਸ ਨੇ ਕੰਮ ਕਰਨਾ ਜਿਵੇਂ ਪਿਛਲੇ ਦਿਨਾਂ ਤੋਂ ਕਰ ਰਹੀ ਹੈ, ਇਹਦੇ ਨਾਲ ਕੋਈ ਫਰਕ ਪਊਗਾ। ਆਈ ਥਿੰਕ ਜੇ ਸਰਕਾਰ ਸੁਹਿਰਦ ਹੁੰਦੀ ਤਾਂ ਉਹਨਾਂ ਨੂੰ ਨਾਲ ਦੀ ਨਾਲ ਇਹ ਵੀ ਜਿਹੜਾ ਦੀ ਫੈਸਲਾ ਲੈਣਾ ਚਾਹੀਦਾ ਸੀਗਾ ਕਿ ਦੋਨੋਂ ਜਿਹੜੇ ਨੌਜਵਾਨ ਨੇ ਉਹਨਾਂ ਦੀ ਰਿਹਾਈ ਤੇ ਪੰਜਾਬ ਦੇ ਵਿੱਚ ਧੜਾ ਧੜ ਅੰਨ੍ਹੇਵਾਹ ਕੀਤੀਆਂ ਗਈਆਂ ਗ੍ਰਿਫਤਾਰੀਆਂ, ਉਹ ਚਾਹੇ ਫੇਸਬੁੱਕ ਦੇ ਉੱਤੇ ਲਿਖਣ ਵਾਲੇ ਹੋਣ ਤੇ ਚਾਹੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਰੋਸ ਪ੍ਰਗਟ ਕਰਨ ਵਾਲੇ ਲੋਕ, ਇਹਨਾਂ ਸਾਰਿਆਂ ਦੀ ਰਿਹਾਈ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ। ਤਾਂ ਇਹ ਕਿਹਾ ਜਾ ਸਕਦਾ ਕਿ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ, ਸਿਰਫ ਬਦਲੀਆਂ ਦੇ ਨਾਲ ਪੰਜਾਬ ਜਿਹੜਾ ਜੀ ਉਹ ਬਦਲ ਜਾਊਗਾ, ਮੈਨੂੰ ਨਹੀਂ ਲੱਗਦਾ ਜੀ। ਜੀ ਤੇ ਬਿਲਕੁਲ ਜਿਸ ਤਰ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਉਹਦੀ ਮਾਨਸਿਕ ਹਾਲਤ ਸਮੇਧ ਸੈਣੀ ਦੀ ਇਸ ਤਰ੍ਹਾਂ ਦੀ ਸੀ, ਤੇ ਜਿਹੜਾ ਅੱਗੇ ਹੋਰ ਉਹਨਾਂ ਨੇ ਅਗਲਾ ਬੰਦਾ ਲਾਇਆ ਉਸ ਦੀ ਮਾਨਸਿਕ ਹਾਲਤ ਅਰੋੜੇ ਦੀ ਵੀ ਇਸ ਤਰ੍ਹਾਂ ਦੀ ਆ, ਜੋ ਕਾਰਨਾਮੇ ਉਹਨੇ ਪਹਿਲਿਆਂ 'ਚ ਕੀਤੇ ਹੋਏ ਆ। ਤੇ ਅੱਗੇ ਆਪਾਂ ਗੱਲਬਾਤ ਕਰਦੇ ਜੀ। ਸ਼੍ਰੋਮਣੀ ਕਮੇਟੀ ਵੱਲੋਂ 5 ਪਿਆਰੇ ਬਹਾਲ ਜੀ। ਇਹ ਇੱਕ ਹੋਰ ਜਿਹੜਾ ਜੀ ਯੂਟਰਨ ਮਾਰਨ ਵਾਲੀ ਜਿਹੜੀ ਗੱਲ ਹੈ ਉਹ ਹੈ ਜੀ। ਔਰ ਸਿੱਖ ਸੰਗਤ ਦੇ ਰੋਸ ਨੂੰ ਸ਼ਾਂਤ ਕਰਨ ਦੇ ਵਾਸਤੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਅੱਤਲ ਕੀਤੇ ਜਿਹੜੇ 5 ਪਿਆਰੇ ਸੀਗੇ ਉਹਨਾਂ ਨੂੰ ਬਹਾਲ ਕਰਤਾ। ਇਹਦੇ ਨਾਲ ਮੁਅੱਤਲ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਹਾਲੀ ਦਾ ਰਾਹ ਵੀ ਤਕਰੀਬਨ ਜਿਹੜਾ ਜੀ ਉਹ ਕਲੀਅਰ ਹੋ ਗਿਆ। ਜਿਹੜੇ ਇਹ 5 ਪਿਆਰੇ ਸੀਗੇ ਜੀ, ਇਹਨਾਂ ਨੂੰ ਜਿਹੜਾ ਇਹਨਾਂ ਨੇ 21 ਅਕਤੂਬਰ ਨੂੰ ਜਿਹੜਾ ਗੁਰਮਤਾ ਜਾਰੀ ਕੀਤਾ ਸੀਗਾ, ਉਹਦੇ ਵਾਸਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ 23 ਤਰੀਕ ਨੂੰ ਉਹਨਾਂ ਨੇ ਫੈਸਲਾ ਲਿਆ ਉਹਦੇ ਉੱਤੇ ਉਹ ਕਾਇਮ ਨੇ। ਤੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਕੋਲੇ ਉਹਨਾਂ ਨੇ ਸਪਸ਼ਟੀਕਰਨ ਜਿਹੜਾ ਜੀ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਗੁਰਮਤਾ ਵੀ ਉਸੇ ਤਰੀਕੇ ਦੇ ਨਾਲ ਲਾਗੂ ਰਹੂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੀ ਐਗਜ਼ੈਕਟਿਵ ਕਮੇਟੀ ਆ ਉਹ ਇਹਨਾਂ ਜਥੇਦਾਰਾਂ ਨੂੰ ਜਿਹੜਾ ਜੀ ਉਹ ਚੱਲਦਿਆਂ ਕਰੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਆ ਜੀ ਨਵੇਂ ਜਥੇਦਾਰ ਜਿਹੜੇ ਉਹ ਭਰਤੀ ਕੀਤੇ ਜਾਣ ਜਾਂ ਰੱਖੇ ਜਾਣ।
ਤੋ ਹੁਣ ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਵੀ ਬਦਲਣ ਦਾ ਜਿਹੜਾ ਜੀ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਕੰਮ ਜਿਹੜਾ ਜੀ ਉਹ ਚੱਲ ਰਿਹਾ। ਬਹੁਤ ਜਲਦੀ ਜਿਹੜਾ ਜੀ ਇਹ ਵੀ ਖਬਰ ਆ ਸਕਦੀ ਹੈ ਕਿ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਲਾਹ ਦਿੱਤਾ ਜਾਊਗਾ, ਭਾਵ ਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਕੰਮ ਜਿਹੜਾ ਜੀ ਉਹ ਖਤਮ ਹੋ ਗਿਆ। ਉਹਨਾਂ ਤੋਂ ਜਿੰਨਾ ਕਿ ਸਿੱਖ ਕੌਮ ਨੇ ਸੇਵਾਵਾਂ ਲੈਣੀਆਂ ਸੀ ਉਹ ਸਮਾਪਤੀ ਵੱਲ ਨੂੰ ਜਾਪਦੀਆਂ ਨੇ। ਤੋ ਇਹਨਾਂ ਦੀ ਜਗ੍ਹਾ ਦੇ ਉੱਤੇ ਜਥੇਦਾਰ ਜਿਹੜੇ ਜੀ ਉਹ ਕਿਹੜੇ ਲਾਏ ਜਾਣਗੇ, ਹੁਣ ਇਹਨੂੰ ਲੈ ਕੇ ਅਟਕਲਾਂ ਜਿਹੜੀਆਂ ਜੀ ਉਹ ਸ਼ੁਰੂ ਹੋ ਗਈਆਂ ਨੇ। ਅਟਕਲਾਂ ਇਸ ਗੱਲ ਦੀਆਂ ਵੀ ਲੱਗੀ ਜਾਂਦੀਆਂ ਨੇ ਕਿ ਅਵਤਾਰ ਸਿੰਘ ਮੱਕੜ ਹੋਰਾਂ ਦੀ ਛੁੱਟੀ ਵੀ ਲਗਭਗ ਤੈਅ ਜਾਪਦੀ ਹੈ ਜੀ। ਬਿਲਕੁਲ ਜੀ, ਉਹਨਾਂ ਦਾ ਜਿਹੜਾ ਕੰਮ ਆ ਖਤਮ ਹੋ ਗਿਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਯੂ ਟਰਨ ਮਾਰੀ ਆ, ਇਹਨਾਂ ਤੋਂ ਯੂ ਟਰਨ ਮਰਵਾ ਕੇ ਕੀ ਕੰਮ ਕਰਵਾਉਣੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸੰਗਤਾਂ ਨੂੰ ਕਾਫੀ ਹੁਸ਼ਿਆਰ ਰਹਿਣਾ ਚਾਹੀਦਾ ਕਿ ਹੋ ਕੀ ਰਿਹਾ ਆ। ਤੇ ਅੱਗੇ ਗੱਲ ਕਰੀਏ ਜੀ, ਪੰਥਕ ਹਲਕਿਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਜੀ। ਇਹ ਜਿਹੜਾ ਕੱਲ ਸਮਾਗਮ ਹੋਇਆ ਜੀ ਇੱਥੇ ਕੋਟਕਪੂਰੇ ਦੇ ਨਜ਼ਦੀਕ, ਜਿਹੜੇ 2 ਮਾਰੇ ਗਏ ਸਨ ਜੀ ਪੁਲਿਸ ਦੀ ਗੋਲੀ ਦੇ ਨਾਲ, ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੀ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਇਹਦੇ ਵਿੱਚ ਸਮੁੱਚਾ ਪੰਜਾਬ ਜਿਹੜਾ ਸੀਗਾ ਜੀ ਉਹ ਪਹੁੰਚਿਆ। ਲੋਕਾਂ ਦੀ ਗਿਣਤੀ ਪੱਖੋਂ ਕੁਝ ਪਤਾ ਨਹੀਂ ਸੀ ਲੱਗਦਾ ਕਿ ਕਿੰਨੀ ਕੁ ਗਿਣਤੀ ਸੀਗੀ। ਪੁਲਿਸ ਜਿਹੜੀ ਸੀ ਜੀ ਉਹ 4 ਕਿਲੋਮੀਟਰ ਤੱਕ ਦੂਰ ਰਹੀ ਇਸ ਸਮਾਗਮ ਤੋਂ, ਕਿਉਂਕਿ ਉਹਨੂੰ ਇਉਂ ਲੱਗਦਾ ਸੀਗਾ, ਜਿਹੜੀਆਂ ਕੁਝ ਰਿਪੋਰਟਾਂ ਸਨ ਕਿ ਉੱਥੋਂ ਸਟੇਜ ਤੋਂ ਜੇ ਕਿਸੇ ਨੇ ਕੁਝ ਉਹਦਾ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ ਤਾਂ ਕਿਤੇ ਪੁਲਿਸ ਨੂੰ ਨਾ ਜਿਹੜਾ ਜੀ ਉਹ ਪੈ ਨਿਕਲਣ ਲੋਕ। ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਜਿਹੜੇ ਲੋਕ ਸੀਗੇ ਉਹਨਾਂ ਨੇ ਉੱਥੇ ਜਾ ਕੇ ਜੋ ਕੁਝ ਦੱਸਿਆ ਜੀ ਕਿ ਸਟੇਜ ਦੇ ਉੱਤੇ ਜਿਹੜੀਆਂ ਧਾੜਾਂ ਹੀ ਬੈਠੀਆਂ ਹੋਈਆਂ ਸਨ। ਜਿਹੜੇ ਉਹਨਾਂ ਨੇ ਉੱਥੇ ਮਤੇ ਜਿਹੜੇ ਰੱਖੇ ਗਏ ਨੇ ਜੀ ਉਹ ਮੈਂ ਦੱਸ ਦੇਵਾਂ। ਇੱਕ ਤਾਂ 27 ਅਕਤੂਬਰ ਨੂੰ ਅਖੰਡ ਪਾਠ ਰੱਖੇ ਤੇ 29 ਅਕਤੂਬਰ ਨੂੰ ਭੋਗ ਪਾਏ ਜਾਣਗੇ। 3 ਨਵੰਬਰ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੜਕਾਂ ਦੇ ਕੰਢਿਆਂ ਦੇ ਉੱਤੇ, ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਕਾਲੀਆਂ ਝੰਡੀਆਂ ਦੇ ਨਾਲ ਰੋਸ ਪ੍ਰਗਟਾਵਾ, ਆਵਾਜਾਈ ਤੇ ਕਾਰੋਬਾਰ ਠੱਪ ਨਾ ਕਰਨ ਦੀ ਹਦਾਇਤ, ਕਾਲੀ ਦੀਵਾਲੀ ਮਨਾਉਣ ਤੇ ਕਾਲੀਆਂ ਝੰਡੀਆਂ ਲਾਉਣ ਦੇ ਨਿਰਦੇਸ਼, ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਨੂੰ ਰਿਹਾ ਕਰਨ ਦੀ ਮੰਗ, ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ, ਨਕਲੀ ਦਵਾਈਆਂ ਦੇ ਮਾਮਲੇ ਦੇ ਉੱਤੇ CBI ਜਾਂਚ ਦੀ ਮੰਗ ਜਿਹੜੀ ਹੈ ਜੀ ਇਹਦੇ ਵਿੱਚ ਕੀਤੀ ਗਈ ਹੈ। ਇਹਦੇ ਨਾਲ ਨਾਲ ਇਹ ਵੀ ਆਖਿਆ ਗਿਆ ਜੀ ਕਿ 30 ਅਕਤੂਬਰ ਨੂੰ ਪੰਥਕ ਜਥੇਬੰਦੀਆਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਕੱਠੀਆਂ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਚੰਡੀਗੜ੍ਹ ਵੱਲ ਮਾਰਚ ਕਰਕੇ ਉਹਨਾਂ ਨੂੰ ਖੂਨ ਦਾ ਪਿਆਲਾ ਪੇਸ਼ ਕਰਨਗੀਆਂ। ਇਹ ਆਖਿਆ ਗਿਆ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਸਿੱਖਾਂ ਦੇ ਖੂਨ ਦੇ ਪਿਆਸੇ ਨੇ, ਇਸ ਕਰਕੇ ਉਹਨਾਂ ਨੂੰ ਇਹ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਉਹ ਖੂਨ ਦਾ ਪਿਆਲਾ ਪੇਸ਼ ਕਰਨਗੀਆਂ। ਜਿੱਥੋਂ ਤੱਕ ਸਰਕਾਰੀ ਪੱਖ ਦੀ ਗੱਲ ਹੈ, ਉਹਨਾਂ ਨੇ ਇਹ ਕਿਹਾ ਕਿ ਅਫਰਾ ਤਫਰੀ ਵਾਲਾ ਜਿਹੜਾ ਜੀ ਮਾਹੌਲ ਆ ਉਹ ਪੈਦਾ ਕਰਨ ਦੇ ਵਾਸਤੇ ਇਹ ਜਿਹੜੇ ਜੀ ਗੁਰਮਤੇ ਉੱਥੇ ਦਿੱਤੇ ਗਏ ਨੇ, ਇਹ ਅਲਟੀਮੇਟਮ ਜਿਹੜੇ ਨੇ ਉਹ ਦਿੱਤੇ ਗਏ ਨੇ। ਜੇ ਗੱਲ ਕਰੀਏ ਲੋਕਾਂ ਦੇ ਰਿਐਕਸ਼ਨ ਦੀ, ਤਾਂ ਜਿਹੜਾ ਲੋਕਾਂ ਦਾ ਰਿਐਕਸ਼ਨ ਹੈ ਜੀ ਉਹ ਇਹਦੇ ਪ੍ਰਤੀ ਇਹ ਹੈ, ਲੋਕਾਂ ਨੂੰ ਥੋੜਾ ਜਿਹਾ ਇਤਰਾਜ਼ ਜਿਹੜਾ ਉਹ ਇਹ ਹੈ ਕਿ ਸਟੇਜ ਜਿਹੜੀ ਸੀ ਉਹ ਕਿੰਨਾ ਲੋਕਾਂ ਦੇ ਕਾਬੂ ਦੇ ਵਿੱਚ ਆਈ ਰਹੀ, ਔਰ ਉਹ ਲੋਕ ਉਹ ਸਟੇਜ ਦੇ ਉੱਤੇ ਜਿਹੜੇ ਜੀ ਉਹ ਕੰਟਰੋਵਰਸ਼ੀਅਲ ਬੈਠੇ ਰਹੇ, ਜਿਨ੍ਹਾਂ ਦੇ ਪਿਛਲੇ ਸਮੇਂ ਦੇ ਦੌਰਾਨ ਵੀ ਵੱਖ-ਵੱਖ ਥਾਵਾਂ ਦੇ ਉੱਤੇ ਨਿਭਾਏ ਜਿਹੜੇ ਰੋਲ ਨੇ ਉਹ ਹਮੇਸ਼ਾ ਚਰਚਿਤ ਰਹੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਉਹ ਇਹ ਜਿਹੜਾ ਜੀ ਰੋਲ ਨਿਭਾਉਂਦੇ ਰਹੇ ਨੇ। ਤੋ ਇਹਦੇ ਵਿੱਚੋਂ ਕੀ ਨਿਕਲਿਆ ਜੀ, ਇਹ ਸਭ ਕਾਸੇ ਦੇ ਸ਼ਾਇਦ ਕਿਸੇ ਨੇ ਇੱਕ ਜਣਾ ਦੀ ਉਹ ਕਮੈਂਟ ਕੀਤਾ, ਉਹ ਜੇ ਕਹਿਣਾ ਹੋਵੇ ਤਾਂ 100 ਹੱਥ ਰੱਸਾ ਸਿਰੇ ਤੇ ਗੰਢ, ਨਿਬੜ ਗਿਆ ਜੀ ਮਾਮਲਾ, ਚਲੋ ਹੁਣ ਆਪੋ ਆਪਣੀ ਕਰੀ। ਬਿਲਕੁਲ ਜੀ, ਜਿਹੜੇ ਮਤਿਆਂ ਦੀ ਗੱਲ ਕਰਦੇ ਉਹ ਬਿਲਕੁਲ ਸਰਕਾਰੀ ਲੱਗਦੇ। ਇਹ ਮੰਗਾਂ ਤੇ ਪਹਿਲਾਂ ਵੀ ਲੋਕੀ ਮੰਗ ਹੀ ਰਹੇ ਆ, ਇਹਦੇ ਵਿੱਚ ਕੁਝ ਵੀ ਨਵਾਂ ਨਹੀਂ ਹੈਗਾ। ਤੇ ਆਪਾਂ ਜੀ ਚੱਲਦੇ ਹਾਂ ਆਪਣੇ ਅਗਲੀ ਗੱਲਬਾਤ ਵੱਲ ਕਿ ਜਿਹੜੇ ਅੰਮ੍ਰਿਤਸਰ ਅਕਾਲੀ ਦਲ ਆ ਜਿਹੜਾ ਉੱਥੇ ਦੇ ਜਿਹੜੇ ਸਰਕਲ ਪ੍ਰਧਾਨ ਆ ਉਹਨਾਂ ਨੇ ਅਸਤੀਫੇ ਦੇ ਦਿੱਤੇ ਆ ਜੀ। ਜਿਹੜਾ ਬਗਾਵਤ ਦਾ ਸਿਲਸਿਲਾ ਜੀ ਉਹ ਜਾਰੀ ਆ, ਉਹਨੂੰ ਅਜੇ ਕੋਈ ਕਿਸੇ ਪਾਸਿਓਂ ਠੱਲ ਜਿਹੜੀ ਹੈ ਜੀ ਉਹ ਨਹੀਂ ਪੈ ਰਹੀ। ਫਰਸੇ ਵਾਲੇ ਨੂੰ ਜਿਹੜਾ ਦੀ ਮਾਫੀ ਦੇਣ ਦੇ ਮਾਮਲੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜਾ ਮਾਮਲਾ ਜੀ, ਇਹਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈ ਜੀ ਉਹਦਾ ਅੰਦਰੂਨੀ ਜਿਹੜੀ ਫੁੱਟ ਹੈ ਜੀ ਉਹ ਨਿਰੰਤਰ ਜਾਰੀ ਹੈ ਜੀ। ਅੰਮ੍ਰਿਤਸਰ ਦੇ ਵਿੱਚ ਅਕਾਲੀ ਜਥੇ ਦੇ 3 ਸਰਕਲ ਪ੍ਰਧਾਨ, 7 ਵਾਰਡ ਪ੍ਰਧਾਨ, ਇਹਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਜਿਹੜੇ ਨੇ ਜੀ ਉਹ ਦੇ ਦਿੱਤੇ ਨੇ। ਇਹਨਾਂ ਦੇ ਵਿੱਚ ਜ਼ਿਲ੍ਹਾ ਅਕਾਲੀ ਦਲ ਦੇ 3 ਸਰਕਲ ਪ੍ਰਧਾਨ ਜਤਿੰਦਰ ਸਿੰਘ ਭੱਲਾ, ਇਹ ਪੁਤਲੀ ਘਰ ਤੋਂ ਹੈ ਜੀ ਬਖਸ਼ੀਸ਼ ਸਿੰਘ ਸੰਘਾ,
ਫਤਿਹਪੁਰ ਤੋਂ ਹੈ, ਹਰਵਿੰਦਰ ਸਿੰਘ ਸੰਧੂ ਇਹ ਸਿਵਲ ਲਾਈਨ ਤੋਂ ਸ਼ਾਮਲ ਹੈ, ਔਰ 7 ਵਾਰਡ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇਹ ਅਸਤੀਫੇ ਜਿਹੜੇ ਨੇ ਜੀ ਉਹ ਆਪਣੇ ਅਕਾਲੀ ਦਲ ਨੂੰ ਭੇਜੇ ਨੇ। ਜਿਹੜੇ ਅਸਤੀਫੇ ਨੇ ਇਹਦੇ ਵਿੱਚ ਜਿਹੜਾ ਜੀ ਜ਼ਿਕਰ ਕਈ ਕੁਝ ਹੁੰਦਾ ਰਿਹਾ, ਕਿਉਂਕਿ ਅਫਵਾਹਾਂ ਜਿਹੜੀਆਂ ਨੇ ਉਹ ਬੜੀਆਂ ਚੱਲਦੀਆਂ ਰਹਿੰਦੀਆਂ ਨੇ ਫੇਸਬੁੱਕ ਦੇ ਉੱਤੇ, ਤਾਂ ਖਾਸ ਤੌਰ ਦੇ ਉੱਤੇ ਫੇਸਬੁੱਕ ਹੀ ਬਹੁਤੇ ਥਾਵਾਂ ਦੇ ਉੱਤੇ ਜਿਹੜੀ ਉਹ ਬਣਾਈ ਪਈ ਆ। ਇਹ ਵੀ ਕੱਲ ਚੱਲਦਾ ਰਿਹਾ ਜੀ ਕਿ ਜਿਹੜੇ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ ਬਲਵੰਤ ਸਿੰਘ ਰਾਮੂਵਾਲੀਆ ਹੋਰੀ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਦੇਰ ਸ਼ਾਮ ਤੱਕ ਜਿਹੜਾ ਜੀ ਉਹਨਾਂ ਨੇ ਸਪਸ਼ਟ ਕੀਤਾ ਐਵੇਂ ਅਫਵਾਹਾਂ ਹੀ ਨੇ, ਮੈਂ ਅਸਤੀਫਾ ਨਹੀਂ ਦਿੱਤਾ। ਤੇ ਉਹਦੇ ਉੱਤੇ ਟਿੱਪਣੀ ਕਿਸੇ ਨੇ ਬੜੀ ਕਮਾਲ ਦੀ ਕੀਤੀ ਸੀ, ਤੁਹਾਡੇ ਤੋਂ ਆਸ ਵੀ ਨਹੀਂ ਸੀ ਇਹ। ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਘਟਨਾਵਾਂ ਹੋ ਰਹੀਆਂ ਆ, ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਪ੍ਰੋਗਰੈਸ ਪੰਜਾਬ ਦੁਆਲੇ ਹੋਈ ਰਹੀ ਆ ਜੀ। ਇਹ ਪ੍ਰੋਗਰੈਸਿਵ ਪੰਜਾਬ ਜਿਹੜਾ ਜੀ ਇੱਕ ਸਮਿਟ ਕਰਵਾਇਆ ਜਾ ਰਿਹਾ, ਔਰ ਇੱਥੇ ਬੜੀਆਂ ਐਡਵਰਟਾਈਜ਼ਮੈਂਟ ਜਿਹੜੀਆਂ ਜੀ ਨੈਸ਼ਨਲ ਮੀਡੀਆ ਦੇ ਜਿਹੜੇ ਖਬਰੀ ਚੈਨਲ ਨੇ ਉਹਨਾਂ ਦੇ ਉੱਤੇ ਆ ਰਹੀਆਂ ਨੇ ਜੀ। ਉਹਨਾਂ ਨੂੰ ਤੁਸੀਂ ਇਹ ਕਹਿ ਲਓ ਕਿ ਫੁੱਲੀਆਂ ਪਾਈਆਂ ਗਈਆਂ ਇਹ ਐਡਵਰਟਾਈਜ਼ਮੈਂਟ ਦੀਆਂ, ਤਾਂ ਕਿ ਪੰਜਾਬ ਦੇ ਮੌਜੂਦਾ ਸਥਿਤੀ ਨੂੰ ਉਹ ਦਿਖਾਉਣ ਨਾ ਕਿਤੇ ਟੈਲੀਵਿਜ਼ਨ ਦੇ ਉੱਤੇ। ਇਹਦੇ ਦੋ ਫਾਇਦੇ ਕੀਤੇ ਜਾ ਰਹੇ ਨੇ। ਇੱਕ ਤਾਂ ਕਮਲਾ ਬਣਾਇਆ ਜਾ ਰਿਹਾ ਜੀ ਪੂਰੇ ਮੁਲਕ ਭਰ ਦੇ ਵਿੱਚ ਕਿ ਇੱਥੇ ਜਿਹੜਾ ਪੰਜਾਬ ਇੱਕੋ ਇੱਕ ਸੂਬਾ ਜਿੱਥੇ ਕਿ ਜਿਹੜਾ ਜੀ ਇਸ ਵੇਲੇ ਇਨਵੈਸਟਮੈਂਟ ਜਿਹੜੀ ਉਹ ਕੀਤੀ ਜਾ ਸਕਦੀ ਆ, ਸਿੰਗਲ ਵਿੰਡੋ ਸਿਸਟਮ, ਸੋ ਐਂਡ ਸੋ ਬੜੀਆਂ ਵੱਡੀਆਂ ਜਿਹੜੀਆਂ ਜੀ ਉਹ ਐਡਵਰਟਾਈਜ਼ਮੈਂਟ ਦਿਖਾਈਆਂ ਜਾ ਰਹੀਆਂ ਨੇ। ਇਹ ਦੂਸਰਾ ਸਮਿਟ ਜਿਹੜਾ ਹੈ ਜੀ ਇਹ 28 ਤੇ 29 ਅਕਤੂਬਰ ਨੂੰ ਮੁਹਾਲੀ ਦੇ ਵਿੱਚ ਕਰਵਾਇਆ ਜਾ ਰਿਹਾ। ਪਹਿਲੇ ਸਿਖਰ ਸੰਮੇਲਨ ਤੇ ਰਾਜ ਨੂੰ ਕੀ ਮਿਲਿਆ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਜੀ। ਉਹ ਪੈਸੇ ਕਿੱਥੇ ਗਏ ਜਿਹੜੇ ਉਦੋਂ ਕਿਹਾ ਗਿਆ ਸੀਗਾ ਇੱਥੇ ਇੰਨੇ ਕਰੋੜ ਰੁਪਈਆ ਜਿਹੜਾ ਜੀ ਉਹ ਆ ਰਿਹਾ, ਉਹ ਅੱਜ ਤੱਕ ਨਹੀਂ ਲੱਭਿਆ ਕਿਤੇ। ਔਰ ਜਿਹੜਾ ਜੀ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਆਸ ਆ ਜੀ ਕਿ ਬਹੁਤ ਪੈਸਾ ਜਿਹੜਾ ਜੀ ਉਹ ਇੱਥੇ ਆ ਜਾਣਾ। ਇਸ ਵੇਲੇ ਪੰਜਾਬ ਦੀ ਆਰਥਿਕਤਾ, ਜਿਹੜੀ ਪੰਜਾਬ ਦੀ ਪਹਿਲੀ ਇੰਡਸਟਰੀ ਸੀ, ਉਹ ਤਾਂ ਉਜੜ ਪੁਜੜ ਗਈ। ਉਹਨੂੰ ਕਿਸੇ ਨੇ ਕੁਝ ਵੀ ਜਿਹੜੀ ਮਦਦ ਨਹੀਂ ਕੀਤੀ। ਜੇ ਬਾਕੀ ਸ਼ਹਿਰਾਂ ਨੂੰ ਛੱਡ ਦਿੱਤਾ ਜਾਵੇ, ਗੋਬਿੰਦਗੜ੍ਹ ਦੀ ਗੱਲ ਹੀ ਲੈ ਲਓ, ਜਿੱਥੋਂ ਜਿੰਨੀਆਂ ਫਰਨਸ ਸੀਗੀਆਂ ਦੀ ਸਾਰੀਆਂ ਮਿੱਲਾਂ ਉਹ ਬੰਦ ਹੋ ਗਈਆਂ। ਕਿੰਨਾ ਮਜ਼ਦੂਰ ਜਿਹੜਾ ਜੀ ਉਹ ਭੁੱਖਾ ਮਰ ਗਿਆ। ਉਹ ਤਾਂ ਪੈਸੇ ਦੇਣ ਦੇ ਵਾਸਤੇ ਤਿਆਰ ਸੀ ਕਿ ਜਿੰਨਾ ਮਰਜ਼ੀ ਰੇਟ ਜਿਹੜਾ ਬਿਜਲੀ ਦਾ ਲੈ ਲਓ, ਸਾਨੂੰ ਚੱਲਦਾ ਰੱਖੋ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਨਵੀਂ ਹੋਊਗੀ, ਜਿਹੜੀ ਨਵੀਂ ਆਉਣੀ ਆ ਇੰਡਸਟਰੀ, ਉਹਦੇ ਵਿੱਚ ਸਨਅਤਾਂ ਦੇ ਵਾਸਤੇ 4 ਰੁਪਏ 90 ਪੈਸੇ ਪ੍ਰਤੀ ਯੂਨਿਟ ਬਿਜਲੀ ਦੀ ਸਪਲਾਈ ਜਿਹੜੀ ਆ ਜੀ ਉਹਦੀ ਪੇਸ਼ਕਸ਼ ਕੀਤੀ ਜਾਊਗੀ, ਜਿਹੜੀ ਕਿ ਬਾਕੀ ਥਾਵਾਂ ਨਾਲੋਂ ਕਿਤੇ ਜਿਹੜੀ ਆ ਜੀ ਉਹ ਘੱਟ ਹੈ। ਜਿਹੜੀ ਪਹਿਲੀ ਇੰਡਸਟਰੀ ਚੱਲਦੀ ਸੀ ਉਹਨਾਂ ਨੂੰ ਇਹੋ ਜਿਹਾ ਕੁਝ ਕਿਉਂ ਨਹੀਂ ਦਿੱਤਾ ਗਿਆ ਜੀ। ਤੋ ਇਹ ਜਿਹੜਾ ਪ੍ਰੋਗਰੈਸਿਵ ਪੰਜਾਬ ਹੈ, ਸੋ ਕਾਲਡ ਪ੍ਰੋਗਰੈਸਿਵ ਪੰਜਾਬ ਹੈ, ਪਤਾ ਨਹੀਂ ਇਹਨੂੰ ਕਿਹੜੀ ਖੁਰਦਬੀਨ ਦੇ ਨਾਲ ਜਿਹੜਾ ਜੀ ਉਹ ਦੇਖਿਆ ਜਾ ਰਿਹਾ, ਜਿਹੜਾ ਕਿ ਸਿਰਫ ਸੱਤਾਧਾਰੀ ਧਿਰ ਨੂੰ ਹੀ ਦਿਸਦਾ, ਕਿਸੇ ਹੋਰ ਨੂੰ ਨਹੀਂ ਦਿਸਦਾ ਜੀ। ਤੇ ਜੀ ਅੱਗੇ ਆਪਾਂ ਗੱਲ ਕਰਦੇ ਜੇ ਆਦਮਪੁਰ ਦੇ ਲਾਗੇ ਤੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੀ। ਆਦਮਪੁਰ ਦੇ ਵਿੱਚ ਜਿਹੜਾ ਜੀ ਇਹ ਐਕਚੁਅਲੀ ਜਿਹੜੀ ਖਬਰ ਸੀ ਜਦੋਂ ਆਈ ਕਿ ਇਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਜੀ ਉਹ ਬੇਅਦਬੀ ਹੋਈ ਆ, ਤੇ ਲੋਕ ਜਿਹੜੇ ਸੀਗੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪਿੰਡ ਘੁੜਿਆਲ ਪਿੰਡ ਆ ਜੀ ਆਦਮਪੁਰ ਦੇ ਅਧੀਨ, ਔਰ ਲੋਕਾਂ ਦੇ ਵਿੱਚ ਜਦੋਂ ਰੋਸ ਫੈਲ ਗਿਆ ਤੇ ਲੋਕਾਂ ਨੇ ਜਿਹੜੇ ਸੀਗੇ ਜੀ ਜਿਹੜੇ ਬੇਅਦਬੀ ਕਰਨ ਵਾਲੇ 2 ਵਿਅਕਤੀ ਨੇ ਉਹ ਫੜ ਕੇ ਉਹਨਾਂ ਨੇ ਪੁਲਿਸ ਦੇ ਹਵਾਲੇ ਜਿਹੜੇ ਸੀ ਕਰ ਦਿੱਤੇ। ਹਾਲਾਂਕਿ ਪਹਿਲਾਂ ਲੋਕਾਂ ਨੇ ਉਹਨਾਂ ਦੀ ਕੁੱਟਮਾਰ ਵੀ ਜਿਹੜੀ ਸੀ ਉਹ ਕੀਤੀ। ਇਹਦੇ ਦੌਰਾਨ ਕੀ ਹੋਇਆ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਜਿਹੜੇ ਸੀਗੇ ਉਹ ਉੱਥੇ ਆ ਗਏ, ਔਰ ਲੋਕਾਂ ਨੇ ਜਿਹੜਾ ਸੀਗਾ ਜੀ ਪਰਮਜੀਤ ਸਿੰਘ, ਬਾਕੀ ਸਾਰਾ ਕੁਝ ਛੱਡ ਕੇ ਪਰਮਜੀਤ ਸਿੰਘ ਰਾਏਪੁਰ ਜਿਹੜਾ ਸੀਗਾ ਜੀ ਉਹਨਾਂ ਦੇ ਉਹ ਖਿਲਾਫ ਹੋ ਗਏ, ਔਰ ਉਹਨਾਂ ਦਾ ਕੁੱਟ ਕਟਾਪਾ ਜਿਹੜਾ ਸੀਗਾ ਜੀ ਉਹ ਬਹੁਤ ਬੁਰੇ ਤਰੀਕੇ ਨਾਲ ਕੀਤਾ। ਉਹ ਭੱਜ ਕੇ ਥਾਣੇ ਦੇ ਅੰਦਰ ਜਿਹੜਾ ਜੀ ਲੁਕੇ, ਔਰ ਮੁੜ ਕੇ ਜਿਹੜਾ ਸੀਗਾ ਜੀ ਅੰਦਰੋਂ ਜਿਹੜੇ ਇੱਕ DSP ਸਨ ਉਹ ਆਏ, ਉਹਨਾਂ ਦੇ ਨਾਲ ਤੂੰ ਮੈਂ ਜਿਹੜੀ ਸੀ ਉਹ ਮੁਜ਼ਾਹਰਾਕਾਰੀਆਂ ਦੇ ਨਾਲ ਹੋ ਗਈ। ਮੁਜ਼ਾਹਰਾਕਾਰੀ ਜਿਹੜਾ ਜੀ ਉਹਨਾਂ ਨੂੰ ਪੈਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲੇ ਜਿਹੜੇ ਸੀਗੇ ਉਹ DSP ਨੂੰ ਤੁਰੰਤ ਅੰਦਰ ਲੈ ਗਏ, ਤੇ ਜਿਹੜੇ ਥਾਣੇ ਦੇ ਬੂਹੇ ਸੀਗੇ ਜੀ ਉਹ ਲਾ ਲਏ ਉਹਨਾਂ ਨੇ, ਜਿਹਦੇ ਕਰਕੇ ਇਹਨਾਂ ਨੂੰ ਜਿਹੜਾ ਜੀ ਇਸ ਤਰੀਕੇ ਦੇ ਨਾਲ ਬਚਾਇਆ ਜਾ ਸਕਿਆ ਜੀ ਜਿਹੜੇ ਉੱਥੇ ਸੀਗੇ ਜੀ ਪੁਲਿਸ ਵਾਲੇ। ਤੋ ਇਹ ਸਥਿਤੀ ਜਿਹੜੀ ਸੀ ਬੜੀ ਉੱਥੇ ਨਾਜ਼ੁਕ ਜਿਹੜੀ ਸੀ ਉਹ ਬਣ ਗਈ, ਔਰ ਪੁਲਿਸ ਨੂੰ ਜਿਹੜਾ ਸੀਗਾ ਉਹ ਕੁਝ ਵੀ ਨਹੀਂ ਸੀ ਕਰ ਸਕਦੀ, ਕਿਉਂਕਿ ਘੰਟਿਆਂ ਬੱਧੀ ਲੋਕ ਜਿਹੜੇ ਸਨ ਉਹ ਉੱਥੇ ਖੜੇ ਰਹੇ ਤੇ ਮੁੜ ਕੇ ਜਿਹੜੇ ਸੀਗੇ ਉਹ ਘਰਾਂ ਨੂੰ ਆਪੋ ਆਪਣੇ ਜਿਹੜਾ ਗਏ। ਆਈ ਥਿੰਕ ਜਿਹੜਾ ਇਹ ਹਿੰਸਕ ਦੌਰ ਸ਼ੁਰੂ ਹੋ ਗਿਆ ਨਾ, ਕਦੀ ਕਿਸੇ ਨੂੰ ਘੇਰ ਲੈਣਾ ਲੱਠਾਂ ਦੇ ਨਾਲ, ਕਦੀ ਕਿਸੇ ਨੂੰ, ਇਹ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਸਹੀ ਨਹੀਂ ਜਿਹੜਾ ਜੀ ਉਹ ਕਰਾਰ ਦਿੱਤਾ ਜਾ ਸਕਦਾ, ਕਿਉਂਕਿ ਇਹਦੇ ਨਾਲ ਜੇ ਮੰਨ ਲਓ ਜਿਵੇਂ ਪੰਜਾਬ ਦੇ ਵਿੱਚ ਪਲ ਪਲ ਜਿਹੜਾ ਜੀ ਉਹ ਚੇਂਜਸ ਆ ਰਹੀਆਂ ਨੇ,
ਸਵਾਲ ਇਹ ਆ ਜਿਹੜਾ ਡੇ ਫਸਟ ਤੋਂ ਆਪਾਂ ਕਹਿ ਰਹੇ ਹਾਂ ਕਿ ਇਹਦੇ ਵਿੱਚ ਕੁਝ ਸ਼ਰਾਰਤੀ ਅੰਸਰ ਜਿਹੜੇ ਉਹ ਸ਼ਾਮਲ ਕਰ ਦਿੱਤੇ ਗਏ ਨੇ, ਤੇ ਜੇ ਜਿਹੜਾ ਜੀ ਰਾਸ਼ਟਰਪਤੀ ਰਾਜ ਵੱਲ ਨੂੰ ਪੰਜਾਬ ਵੱਧਦਾ ਤਾਂ ਫਿਰ ਜਿਹੜੀ ਨੌਜਵਾਨੀ ਹੈ ਜੀ, ਜਦੋਂ ਉਹ ਅੰਦਰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਫੜ ਕੇ ਦੇ ਦਿੱਤਾ ਜਾਂਦਾ ਜਾਂ ਕੇਸ ਉਹਨਾਂ ਤੇ ਦਰਜ ਹੁੰਦੇ, ਫਿਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ। ਇਹ ਨੁਕਸਾਨ ਜਿਹੜਾ ਜੀ ਕਿਸੇ ਵੀ ਹਾਲਤ ਦੇ ਵਿੱਚ ਝੱਲਿਆ ਨਹੀਂ ਜਾ ਸਕਦਾ ਜੀ। ਨੌਜਵਾਨੀ ਜਿਹੜੀ ਹੈ ਜੀ ਉਹਦੀ ਬਰਬਾਦੀ ਨਹੀਂ ਕਰਵਾਈ ਜਾ ਸਕਦੀ। ਇਸ ਕਰਕੇ ਆਈ ਥਿੰਕ ਇਸ ਪੱਖੋਂ ਸੁਹਿਰਦਤਾ ਦੇ ਨਾਲ ਸੋਚਣ ਦੀ ਲੋੜ ਸੀਗੀ। ਇੱਕ ਮਤਾ ਇਹਦੇ ਬਾਰੇ ਵੀ ਆਉਣਾ ਚਾਹੀਦਾ ਸੀਗਾ ਜੀ ਕੱਲ੍ਹ, ਕਿ ਇਸ ਤਰ੍ਹਾਂ ਜਿਹੜਾ ਜੀ ਹਿੰਸਕ ਨਾ ਹੋਇਆ ਜਾਵੇ। ਪਰ ਹੈਰਾਨਗੀ ਦੀ ਗੱਲ ਹੈ ਜੀ ਕਿ ਇਸ ਮਾਮਲੇ ਦੇ ਉੱਤੇ ਚੁੱਪ ਜਿਹੜੀ ਸੀ ਉਹ ਵੱਟੀ ਰੱਖੀ। ਆਦਮਪੁਰ ਵਾਲੀ ਘਟਨਾ ਵੀ ਜਿਹੜੀ ਹੈ ਜੀ ਉਹ ਇਸੇ ਤਰੀਕੇ ਦੇ ਨਾਲ ਜੋੜ ਕੇ ਦੇਖੀ ਜਾ ਸਕਦੀ ਹੈ। ਜੇ ਉੱਥੇ ਜਾਨੀ ਨੁਕਸਾਨ ਹੋ ਜਾਂਦਾ ਫਿਰ ਕਿੰਨੇ ਲੋਕ ਧਰੇ ਜਾਣੇ ਸੀ, ਤੁਸੀਂ ਅੰਦਾਜ਼ਾ ਲਾ ਸਕਦੇ। ਜੀ ਤੇ ਬਿਲਕੁਲ। ਤੇ ਜੀ ਜੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਭਗਵੰਤ ਮਾਨ ਤੇ ਕੇਸ ਦਰਜ ਕਰਨ ਦੀਆਂ ਤਿਆਰੀਆਂ। ਜੀ ਐਕਚੁਅਲੀ ਜੋ ਕੁਛ ਕੱਲ ਇੱਥੇ ਹੋਇਆ ਜੀ, ਜਿਹੜਾ ਬਹਿਬਲ ਕਲਾਂ ਦੇ ਵਿੱਚ ਜਿੱਥੇ ਮਾਰੇ ਗਏ ਸਨ ਜੀ 2 ਜਾਣੇ, ਉਸ ਥਾਂ ਦੇ ਉੱਤੇ ਇੱਕ ਜਿਹੜੀ ਵੀਡੀਓ ਜਿਹੜੀ ਆ ਜੀ ਬਾਹਰ ਆਈ ਹੈ, ਔਰ ਵੀਡੀਓ ਜਿਹੜੀ ਵਾਇਰਲ ਹੋਈ ਜਿਹਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਗਾਲਾਂ ਕੱਢ ਰਹੇ ਨੇ, ਜਿਹੜੇ ਉਹ ਲਫ਼ਜ਼ ਯੂਜ਼ ਕਰ ਰਹੇ ਨੇ ਉਹ ਇਹਦੇ ਉੱਤੇ ਨਹੀਂ ਕਹੇ ਜਾ ਸਕਦੇ। ਜਿਹੜਾ ਭਗਵੰਤ ਮਾਨ ਦਾ ਜਿਹੜਾ ਇਸ ਮਾਮਲੇ ਦੇ ਉੱਤੇ ਜੋ ਉਹਨਾਂ ਨੇ ਕਿਹਾ, ਉਹ ਉਹਨਾਂ ਦੇ ਫੇਸਬੁੱਕ ਦੇ ਉੱਤੇ ਵੀ ਹੈ। ਉਹਨੇ ਕਿਹਾ ਕਿ ਮੇਰਾ ਪਿੱਛਾ ਕੀਤਾ ਜਾ ਰਿਹਾ ਸੀਗਾ ਔਰ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਇਹ ਸਾਰਾ ਕੁਝ ਕੀਤਾ ਗਿਆ। ਉਹਨਾਂ ਨੇ ਇਹ ਕਿਹਾ ਕਿ ਮੈਂ ਕੋਈ ਕਮਲਾ ਥੋੜ੍ਹੀ ਆ ਜੀ ਕਿ ਉੱਥੇ ਸ਼ਰਾਬ ਪੀ ਕੇ ਜਿਹੜਾ ਉਹ ਜਾਊਂਗਾ। ਹੁਣ ਇਹ ਪਤਾ ਲੱਗਾ ਜੀ ਕਿ ਇਸ ਸੰਬੰਧੀ ਥਾਣਾ ਬਾਜਾਖਾਨਾ ਜਿਹੜਾ ਜੀ ਉੱਥੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਸ਼ਿਕਾਇਤ ਦਰਜ ਹੋਈ ਹੈ, ਤੇ ਅੱਜ ਇਹ ਜਿਹੜਾ ਜੀ ਪਰਚਾ ਦਰਜ ਜਿਹੜਾ ਉਹ ਹੋ ਸਕਦਾ। ਜੇ ਹੁੰਦਾ ਤੇ ਇਹ 295 ਇਹਦੇ ਤਹਿਤ ਹੋਊਗਾ। ਇਹਦੇ ਵਿੱਚ ਗ੍ਰਿਫਤਾਰੀ ਵੀ ਜਿਹੜੀ ਹੈ ਜੀ ਉਹ ਭਗਵੰਤ ਮਾਨ ਹੋਰਾਂ ਦੀ ਹੋ ਸਕਦੀ ਹੈ। ਕੁਝ ਸਮਾਂ ਪਹਿਲਾਂ ਸੁਖਬੀਰ ਬਾਦਲ ਹੋਰਾਂ ਨੇ ਇਹ ਗੱਲ ਆਖੀ ਸੀਗੀ ਕਿ ਅਜੇ ਤਾਂ ਭਗਵੰਤ ਮਾਨ ਦਾ ਬਹੁਤ ਕੁਝ ਜਿਹੜਾ ਜੀ ਉਹ ਵਾਇਰਲ ਹੋਣ ਵਾਲਾ ਹੈ। ਇਹਨੂੰ ਇਸ ਪਾਸੇ ਵੱਲ ਵੀ ਜਿਹੜਾ ਜੀ ਉਹ ਸੋਚਿਆ ਜਾ ਰਿਹਾ ਹੈ ਕਿ ਜੋ ਕੁਝ ਉੱਥੇ ਜਿੰਨਾ ਇਕੱਠ ਹੋਇਆ, ਜਿੰਨੇ ਗੁਰਮੱਤੇ ਹੋਏ, ਜਿਹੜੀ ਵੀ ਹੈ ਉਹਨੂੰ ਧਿਆਨ ਜਿਹੜਾ ਉਹ ਡਾਇਵਰਟ ਕਰਨ ਦੇ ਵਾਸਤੇ ਇਹ ਜਿਹੜਾ ਜੀ ਸੱਪ ਕੱਢਿਆ ਜਾਊਗਾ ਜੀ ਪਟਾਰੀ ਦੇ ਵਿੱਚੋਂ। ਸੋ ਇਹਦਾ ਜਿਹੜਾ ਜੀ ਕਿਹੋ ਜਿਹਾ ਅਸਰ ਪੈਂਦਾ ਇਹ ਬਾਅਦ ਦੇ ਵਿੱਚ ਦੇਖਿਆ ਜਾਊਗਾ। ਪਰ ਇਹ ਕਿਹਾ ਜਾ ਰਿਹਾ ਜੀ ਕਿ ਬਾਜੇ ਖਾਨੇ ਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਉੱਤੇ ਪਰਚਾ ਦਰਜ ਕਰਨ ਦੀ ਕਾਰਵਾਈ ਜਿਹੜੀ ਹੈ ਜੀ ਉਹ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਜੀ। ਕਿਉਂਕਿ ਜਿਹੜਾ ਹੀ ਲੋਕਾਂ ਲਈ ਬੋਲਦਾ ਹੈ ਉਸ ਲਈ ਇਦਾਂ ਹੋਣਾ ਜ਼ਰੂਰ ਚਾਹੀਦਾ ਜੋ ਲੋਕਾਂ ਦੇ ਹੱਕਾਂ ਲਈ ਬੋਲਦਾ ਹੈਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ 2 ਨੌਜਵਾਨ ਆ ਜਿਹੜੇ ਫੜੇ ਗਏ ਆ, ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ, ਉਹਨਾਂ ਦੀ ਪੇਸ਼ੀ ਹੋਊਗੀ। ਹਾਂਜੀ, ਅੱਜ ਇਹਨਾਂ ਨੂੰ ਜਿਹੜਾ ਜੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਪਿਛਲੀ ਵਾਰੀ ਪੁਲਿਸ ਨੇ ਕੀ ਕੀਤਾ ਸੀਗਾ ਜੀ, ਤੜਕੇ 6 ਵਜੇ ਹੀ ਜਿਹੜਾ ਸੀਗਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਤਾ ਸੀਗਾ, ਸਪੈਸ਼ਲ ਜਿਹੜੀ ਅਦਾਲਤ ਲਵਾ ਕੇ, ਤਾਂ ਕਿ ਲੋਕਾਂ ਨੂੰ ਜਿਹੜਾ ਜੀ ਪਾਸੇ ਰੱਖਿਆ ਜਾ ਸਕੇ। ਹੁਣ ਕਿਉਂਕਿ ਇਹਨਾਂ ਨੂੰ ਵਕੀਲ ਜਿਹੜੇ ਜੀ ਉਹ ਬਕਾਇਦਾ ਤੌਰ ਦੇ ਉੱਤੇ ਮਿਲੇ ਹੋਏ ਨੇ, ਉਹਨਾਂ ਦੇ ਵਕੀਲ ਸ਼ਿਵ ਕਰਤਾਰ ਸਿੰਘ ਜਿਹੜੇ ਨੇ, ਉਹਨਾਂ ਨੇ ਅਦਾਲਤ ਦੇ ਵਿੱਚ ਐਪਲੀਕੇਸ਼ਨ ਪਾ ਕੇ ਖਰਚਾ ਜ਼ਾਹਰ ਕੀਤਾ ਸੀਗਾ ਕਿ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਦਾ ਬਹਾਨਾ ਬਣਾ ਕੇ ਦੋਵੇਂ ਭਰਾਵਾਂ ਨੂੰ ਅਦਾਲਤੀ ਸਮੇਂ ਤੋਂ ਬਾਅਦ ਪੇਸ਼ ਕਰ ਸਕਦੀ ਹੈ। ਇਸ ਕਰਕੇ ਉਹਨਾਂ ਨੂੰ ਹੁਣ ਜਿਹੜਾ ਜੀ ਅਦਾਲਤ ਦੇ ਟਾਈਮ ਦੇ ਉੱਤੇ ਪੇਸ਼ ਕੀਤਾ ਜਾਊਗਾ ਅੱਜ। ਬੇਸ਼ੱਕ ਪੁਲਿਸ ਨੇ 6 ਦਿਨ ਦਾ ਉਹਨਾਂ ਦਾ ਰਿਮਾਂਡ ਲਿਆ ਸੀਗਾ। ਇਹ ਪਤਾ ਲੱਗਾ ਜੀ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੋਂ ਕੁਝ ਵੀ ਨਹੀਂ ਲੱਭਿਆ। ਲੱਭਣਾ ਵੀ ਕੀ ਸੀਗਾ ਜੀ, ਜਿਹੜੀਆਂ ਕਹਾਣੀਆਂ ਪੁਲਿਸ ਨੇ ਘੜੀਆਂ ਸੀਗੀਆਂ, ਜਿਹੜੀ ਰਿਕਾਰਡਿੰਗ ਤੋੜ ਮਰੋੜ ਕੇ ਉਹਨਾਂ ਨੇ ਪੇਸ਼ ਕੀਤੀ ਸੀ, ਉਹ ਅਸਲ ਦੇ ਵਿੱਚ ਕੁਝ ਹੋਰ ਹੀ ਨਿਕਲ ਆਈ। ਜਿਹੜਾ ਸੋਸ਼ਲ ਮੀਡੀਆ ਸੀਗਾ ਜਾਂ ਜਿਹੜੇ ਬਾਹਰੋਂ ਚੱਲਦੇ ਜਿਹੜੇ ਰੇਡੀਓ ਸੀਗੇ, ਉਹਨਾਂ ਦੇ ਉੱਤੇ ਹੋਈਆਂ ਜਿਹੜੀਆਂ ਗੱਲਬਾਤ ਸੀਗੀਆਂ ਉਹ ਬੜੀ ਤੇਜ਼ੀ ਨਾਲ ਵਾਇਰਲ ਹੋਈਆਂ, ਔਰ ਉਹਨਾਂ ਨੇ ਜਿਹੜੀ ਆ ਜੀ ਪੰਜਾਬ ਪੁਲਿਸ ਦੀ ਸਥਿਤੀ ਬੜੀ ਅਜੀਬੋ-ਗਰੀਬ ਕਰਤੀ। ਜਿਹੜੇ ਸੀਨੀਅਰ ਆਫੀਸਰ ਉਹ ਦਿਨ ਕਹਿੰਦੇ ਸੀ ਕਿ ਮਸਲਾ ਹੱਲ ਕਰ ਲਿਆ, ਆਹ ਬੰਦੇ ਨੇ, ਇਹਦੇ ਵਿੱਚ ਵਿਦੇਸ਼ੀ ਤਾਕਤਾਂ ਨੇ, ਬਾਹਰੋਂ ਪੈਸੇ ਆਏ ਕਿ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੋ। ਤੋ ਇਹ ਸਾਰਾ ਕੁਝ ਜਿਹੜਾ ਸੀਗਾ ਜੀ ਉਲਟ ਸਾਬਤ ਹੋਇਆ। ਜਿਹੜੇ ਸਕੈਚ ਪਹਿਲਾਂ ਜਾਰੀ ਕਰਦੀ ਫਿਰਦੀ ਸੀ ਪੁਲਿਸ, ਉਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ, ਉਹਨਾਂ ਦੇ ਨਾਲ ਕਿਤੇ ਨੇੜੇ ਤੇੜੇ ਵੀ ਜਿਹੜਾ ਉਹ ਮੇਲ ਨਹੀਂ ਖਾਂਦੇ। ਸੋ ਇਹ ਅੱਜ ਜਿਹੜਾ ਜੀ ਉਹਨਾਂ ਨੂੰ ਜਦੋਂ ਫਰੀਦਕੋਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ, ਤਾਂ ਪੁਲਿਸ ਦੇ ਵਾਸਤੇ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਉਹ ਇਹ ਬਣੀ ਹੋਈ ਆ ਕਿ ਉੱਥੇ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਨਾ ਕਿਤੇ ਹੋ ਜਾਣ, ਤੇ ਜੇ ਉੱਥੇ ਲੋਕ ਇਕੱਠੇ ਹੋਣਗੇ ਉਹਨਾਂ ਨੂੰ ਕਾਬੂ ਜਿਹੜਾ ਜੀ ਉਹ ਕਿਵੇਂ ਕੀਤਾ ਜਾਊਗਾ। ਸੋ ਅੱਜ ਦਾ ਦਿਨ ਜਿਹੜਾ ਜੀ ਬੜਾ ਅਹਿਮ ਹੈ। ਆਈ ਥਿੰਕ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਸਰਕਾਰ ਸੁਹਿਰਦ ਹੁੰਦੀ ਤੇ ਜਿਵੇਂ ਸਮੇਤ ਸਿੰਘ ਸੈਣੀ ਦਾ ਤਬਾਦਲਾ ਕੀਤਾ ਗਿਆ, ਸੁਰੇਸ਼ ਅਰੋੜਾ ਹੋਰੀ ਲਾਏ ਗਏ ਨੇ, ਉਹਨਾਂ ਨੂੰ ਨਾਲ ਦੀ ਨਾਲ ਇਹ ਵੀ ਜ਼ਰੂਰ ਚਾਹੀਦਾ ਸੀਗਾ ਇਹਨਾਂ ਦੋਨਾਂ ਨੌਜਵਾਨਾਂ ਨੂੰ ਰਿਹਾ ਕਰਦੀ
ਤੇ ਬਾਕੀ ਜਿਹੜੇ ਫੜੇ ਹੋਏ ਨੇ ਉਹਨਾਂ ਨੂੰ ਵੀ ਰਿਹਾ ਜਿਹੜਾ ਉਹ ਕਰਦੀ ਜੇ ਸੁਹਿਰਦ ਹੁੰਦੀ ਤਾਂ ਆਈ ਥਿੰਕ ਅਜੇ ਵੀ ਜਿਹੜੇ ਨੇ ਜੇ ਇਹ ਚੰਗੇ ਪਾਸੇ ਵੱਲ ਨੂੰ ਤੁਰਨਾ, ਮਾਹੌਲ ਠੀਕ ਕਰਨ ਵੱਲ ਨੂੰ, ਤੇ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਇਹਨਾਂ ਨੂੰ ਜਿਹੜਾ ਉਹ ਰਿਹਾ ਕਰਨਾ ਚਾਹੀਦਾ। ਪਰ ਅਜੇ ਇਸ ਪਾਸੇ ਵੱਲ ਸਰਕਾਰ ਨੇ ਕੁਝ ਸੋਚਿਆ ਨਹੀਂ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਕਿ ਕਿੰਨਾ ਇਕੱਠ ਜਿਹੜਾ ਜੀ ਫਰੀਦਕੋਟ ਦੇ ਵਿੱਚ ਹੁੰਦਾ। ਜੀ ਤੇ ਜੀ ਅੱਗੇ ਅਖੀਰਲਾ ਮੇਰਾ ਸਵਾਲ ਹੈ, ਜਿਹੜੀ ਇੱਕ ਲੜਕੀ ਪਾਕਿਸਤਾਨ ਚਲੇ ਗਈ ਸੀ ਗੀਤਾ ਨਾਂ ਦੀ, ਉਹ ਵਾਪਸ ਆ ਰਹੀ ਹੈ ਜੀ। ਇਹ ਗੁੰਗੀ ਬੋਲੀ ਲੜਕੀ ਸੀਗੀ ਜੀ। ਇਹ 15 ਸਾਲ ਪਹਿਲਾਂ ਜਿਹੜਾ ਸੀਗਾ ਜੀ ਪਾਕਿਸਤਾਨੀ ਰੇਂਜਰਸ ਨੂੰ ਲਾਹੌਰ ਰੇਲਵੇ ਸਟੇਸ਼ਨ ਦੇ ਉੱਤੇ ਸਾਰੀ ਮਿਲੀ ਸੀ ਸਮਝੌਤਾ ਐਕਸਪ੍ਰੈਸ ਦੇ ਵਿੱਚ ਇਕੱਲੀ ਜਿਹੜੀ ਉਹ ਬੈਠੀ ਹੋਈ ਸੀਗੀ। ਉਦੋਂ ਉਹ 17-18 ਸਾਲਾਂ ਦੀ ਸੀਗੀ। ਇੱਥੋਂ ਦੀ ਜਿਹੜੀ ਈਦੀ ਫਾਊਂਡੇਸ਼ਨ ਆ ਜੀ, ਉਹਨੇ ਜਿਹੜੀ ਬਲਕੀਸ ਈਦੀ ਸੀਗੀ ਉਹਨੇ ਇਹਨੂੰ ਅਪਣਾ ਲਿਆ ਸੀਗਾ। ਤੇ ਜਦੋਂ ਪਿਛਲੇ ਦਿਨਾਂ ਦੇ ਬਾਅਦ ਇਹ ਕੇਸ ਜਿਹੜਾ ਸੀਗਾ ਇਹ ਕਾਫੀ ਹਾਈਲਾਈਟ ਹੋਇਆ। ਹੁਣ ਇਹ ਜਿਹੜੀ ਲੜਕੀ ਗੀਤਾ ਹੈ, ਇਹ ਗੁੰਗੀ ਬੋਲੀ ਹੈ ਜੀ, ਅੱਜ ਭਾਰਤ ਪਰਤ ਰਹੀ ਆ। ਇੱਥੇ ਲਿਆ ਕੇ ਉਹਦਾ DNA ਟੈਸਟ ਜਿਹੜਾ ਜੀ ਉਹਨਾਂ ਪਰਿਵਾਰਾਂ ਦੇ ਨਾਲ ਮੈਚ ਕੀਤਾ ਜਾਊਗਾ। 3 ਡਿਫਰੈਂਟ ਪਰਿਵਾਰ ਨੇ ਜੀ ਜਿਹੜੇ ਸਾਹਮਣੇ ਆਏ ਕਿ ਉਹ ਜਿਹਦੇ ਲੜਕੀ ਸਾਡੀ ਆ, ਤੇ ਇਹ DNA ਜਿਹੜਾ ਜੀ ਉਹ ਟੈਸਟ ਕਰਵਾ ਕੇ ਜਿਹਦਾ ਮੇਲ ਖਾਊਗਾ ਉਸ ਪਰਿਵਾਰ ਨੂੰ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਹ ਇੱਕ ਇਨਸਾਨੀ ਮਿਸਾਲ ਹੈ ਜੀ। ਜਿਹੜੇ ਇੱਕ ਦੂਜੇ ਦੇ ਖਿਲਾਫ ਬੰਬ ਬੀੜੀ ਰੱਖਦੇ ਨੇ ਉਹਨਾਂ ਦੇ ਵਾਸਤੇ ਕਿ ਇੱਧਰੋਂ ਜੇ ਗੁੰਗੀ ਬੋਲੀ ਲੜਕੀ ਚਲੇਗੀ ਤੇ ਦੂਜੇ ਪਾਸੇ ਉਹਦੀ ਪਰਵਰਿਸ਼ ਜਿਹੜੀ ਹੈ ਜੀ ਉਹ ਇੱਕ ਸੰਸਥਾ ਨੇ ਜਿਹੜੀ ਕੀਤੀ, ਉਹਨੂੰ ਮਰਨ ਦੇ ਵਾਸਤੇ ਨਹੀਂ ਜਿਹੜਾ ਜੀ ਛੱਡਿਆ, ਬਲਕਿ ਉਹਨੂੰ ਪਾਲਿਆ। ਆਈ ਥਿੰਕ ਜੇ ਕਿਸੇ ਨੂੰ ਕਹਿਣਾ ਹੋਵੇ ਕਿ ਜਿਹੜੀ ਧਾਰਮਿਕ ਵਿਅਕਤੀ ਕੌਣ ਹੈ, ਤੇ ਸ਼ਾਇਦ ਇਹ ਇੱਕ ਧਰਮ ਹੈ ਜੀ, ਕਿਸੇ ਇਨਸਾਨ ਦੀ ਜਿਹੜੀ ਉਹ ਮਦਦ ਕਰਨੀ, ਉਹ ਇੱਕ ਬੱਚੀ ਨੂੰ ਜਿਹੜਾ ਜੀ ਪਾਲਣਾ, ਇੱਥੋਂ ਤੱਕ ਲੈ ਕੇ ਆਉਣਾ। ਉਹ ਵੀ ਉਹ ਲੜਕੀ ਜਿਹੜੀ ਨਾ ਕੁਝ ਦੱਸ ਸਕਦੀ ਆਪਣੇ ਬਾਰੇ, ਨਾ ਬੋਲ ਸਕਦੀ ਜੀ। ਤੇ ਅਖੀਰ ਵਿੱਚ ਆਜਨਾਵਾ ਕਿ ਕਣੀਆਂ ਪੈਂਦੀਆਂ ਵੇਖ ਕੇ ਕਹਿਣ ਲੋਕੀ ਮੌਸਮ ਰਿਹਾ ਹੁਣ ਬਦਲਦਾ ਜਾਪ ਬੇਲੀ। ਕਣੀਆਂ ਪੈਂਦੀਆਂ ਵੇਖ ਕੇ ਕਹਿਣ ਲੋਕੀ ਮੌਸਮ ਰਿਹਾ ਹੁਣ ਬਦਲਦਾ ਜਾਪ ਬੇਲੀ। ਉਧਰ ਚੋਣਾਂ ਜਾਂ ਵੇਖੀਆਂ ਕੋਲ ਆਈਆਂ, ਦੌੜ ਲਾਉਂਦੀ ਪਈ ਪਾਰਟੀ ਆਪ ਬੇਲੀ। ਵਿੱਚ ਚਿੱਕੜ ਦੇ ਫਸੇ ਹਨ ਕਾਂਗਰਸੀਏ, ਰਾਹੁਲ ਉਹਨਾਂ ਲਈ ਜਾਪਦਾ ਬਾਪ ਬੇਲੀ। ਮੰਦਾ ਹੋਇਆ ਹੁਣ ਹਾਲ ਅਕਾਲੀਆਂ ਦਾ, ਗੇਰ ਉਹਨਾਂ ਦਾ ਪਹਿਲਾਂ ਸੀ ਟਾਪ ਬੇਲੀ। ਉਲਝਣ ਵਿੱਚ ਹੈ ਆਦਮੀ ਆਮ ਫਸਿਆ, ਉਸ ਨੂੰ ਕਿਸੇ ਨਹੀਂ ਦੇਣੀਆਂ ਰੋਟੀਆਂ ਹੀ। ਉਲਝਣ ਵਿੱਚ ਆਦਮੀ ਆਮ ਫਸਿਆ, ਉਸ ਨੂੰ ਕਿਸੇ ਨਹੀਂ ਦੇਣੀਆਂ ਰੋਟੀਆਂ ਹੀ। ਪਾ ਲਈ ਵੋਟਾਂ ਲਈ ਲਾਟਰੀ ਬੜੀ ਵਾਰੀ, ਢੇਰਾਂ ਨਿਕਲੀਆਂ ਆਖਰ ਨੂੰ ਖੋਟੀਆਂ ਹੀ। ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਖਬਰਾਂ ਦੇ ਵਿੱਚ ਕੀ ਲੁਕਿਆ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।